ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਧਨ ਪਗ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਤੇ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪੁਨ ਪਗ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਮੂਕ ਉਚਰੈ ਸਾਸਤਰ ਖਟ। ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ। ਜੋ ਕਾਲ ਕਿਰਪਾ ਕਰਾਏ। ਨਮੋ ਸਾਰਦਾ ਕੋ ਸਦਾ ਸਮਰਥ ਹਿਰਦੈ ਪ੍ਰਕਾਸ਼। ਧੰਨ ਧੰਨ ਸਤਿਗੁਰੂ ਚਵਰ ਛਤਰ ਤਖਤ ਸਿੰਘਾਸਣ ਦੇ ਮਾਲਕ। ਗੁਰਤਾ ਗੱਦੀ ਤੇ ਸੁਭਾਏ ਮਾਨ। ਹਾਜ਼ਰਾ ਹਜ਼ੂਰ ਜਾਹਰਾ ਜਹੂਰ। ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ। ਵਾਲੀ ਕੁਲ ਆਲਮ ਸਰਬ ਕਾਇਨਾਤ। ਸਰਬ ਸ੍ਰਿਸ਼ਟੀ ਕੇ ਰਚਨਾਇਕ। ਸ਼ਹਿਨਸ਼ਾਹ ਦਾਤਾਰ ਪਿਤਾ ਰਾਜਾਨ ਰਾਜ ਪਾਨਾਨ ਪਾਨ। ਦੇਵਾਨ ਦੇਵ ਹੁਕਮਾ ਮਹਾਨ ਜੀਓ ਕੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰੂ ਜੀਆਂ ਦੀ ਕਿਰਪਾ ਦੇ ਸਦਕਾ ਗੁਰਮੁਖ ਪਰਿਵਾਰ ਨੇ ਕੱਲ੍ਹ ਰੋਜ਼ ਤੋਂ ਲੈ ਕਰਕੇ ਸਤਿਗੁਰੂ ਜੀਆਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕਰਕੇ ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ ਜੀਆਂ ਦੇ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਵਾਏ ਸਨ। ਇਸ ਵਕਤ ਸਤਿਗੁਰੂ ਜੀਆਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ। ਸੰਧਿਆ ਵੇਲੇ ਦੇ ਦੀਵਾਨ ਸੱਜੇ ਹਨ। ਦੀਵਾਨਾਂ ਅੰਦਰ ਸੋ ਦਰ ਰਹਿਰਾਸ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਉਪਰੰਤ ਆਰਤੀ ਆਰਤੇ ਸਤਿਗੁਰੂ ਜੀਆਂ ਦੀ ਹਜ਼ੂਰੀ ਦੇ ਅੰਦਰ ਗਾਇਨ ਕੀਤੇ ਗਏ ਹਨ। ਆਪ ਸਰਬੱਤ ਸੰਗਤਾਂ ਵਡਭਾਗੇ ਹੋ ਜੋ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜ ਮਿਲ ਕਰਕੇ ਸਾਧ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ।
ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਵਿਚਾਰ, ਗੁਰਬਾਣੀ ਵਿਚਾਰ, ਗੁਰ ਇਤਿਹਾਸ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਸਫਲ ਯਤਨ ਕਰੀਏ। ਸਤਿਗੁਰੂ ਆਪ ਵਿੱਚ ਵਰਤ ਕਰਕੇ ਦਾਸਾਂ ਦੇ ਉੱਪਰ ਰਹਿਮਤ ਭਰਿਆ ਹੱਥ ਰੱਖ ਕਰਕੇ ਆਪਣੀ ਵਡਿਆਈ, ਆਪਣਾ ਇਤਿਹਾਸ ਉਚਾਰਨ ਕਰਵਾ ਲੈਣ। ਬੜੇ ਪ੍ਰੇਮ ਦੇ ਨਾਲ ਸੁਣੀਏ ਜੀ। ਜੋ ਬਈ ਸੁਣੀਏ ਸ੍ਰੀ ਤ੍ਰਿਹਣ ਕੁਲ ਮੋਰੰ, ਪ੍ਰਭ ਕੀ ਕਥਾ ਅਗਾਰੀ ਔਰੰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਸਾਡੇ ਉੱਪਰ ਰਹਿਮਤ ਕਰਨ ਕਿ ਸਾਨੂੰ ਸਰਵਣ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੀ ਰਹਿਮਤ ਹੋਵੇ ਤਾਂ ਹੀ ਮੁਖ ਦੇ ਵਿੱਚੋਂ ਪ੍ਰਮਾਤਮਾ ਵਾਹਿਗੁਰੂ ਜੀਆਂ ਦਾ ਨਾਮ ਉਚਾਰਨ ਕੀਤਾ ਜਾ ਸਕਦਾ ਹੈ। ਸ਼ਰਵਣਾਂ ਦੇ ਨਾਲ ਪ੍ਰਮਾਤਮਾ ਦਾ ਨਾਮ ਤਾਂ ਹੀ ਸੁਣਿਆ ਜਾ ਸਕਦਾ ਹੈ ਜੇ ਸਤਿਗੁਰੂ ਆਪ ਕਿਰਪਾ ਕਰਨ। ਆਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਜੋ ਵਡਿਆਈ ਹੈ, ਜੋ ਸਤਿਗੁਰੂ ਜੀਆਂ ਦੀ ਸਿਫਤ ਹੈ, ਉਸ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਤਾਂ ਕਿ ਸਾਨੂੰ ਕੁਝ ਨਾ ਕੁਝ ਲਾਭ ਪ੍ਰਾਪਤ ਹੋ ਸਕੇ, ਕੁਝ ਨਾ ਕੁਝ ਸੁਚੱਜੇ ਜ਼ਿੰਦਗੀ ਨੂੰ ਗੁਜ਼ਾਰਨ ਦੇ ਵਾਸਤੇ ਉਸ ਪਰਮਾਤਮਾ ਦੀ ਵਡਿਆਈ ਨੂੰ ਹਿਰਦੇ ਅੰਦਰ ਵਸਾ ਸਕੀਏ। ਕਿਉਂਕਿ ਜੇ ਸਾਡੇ ਅੰਦਰ ਉਪਦੇਸ਼ ਵਸਿਆ ਹੈ ਨਾ, ਜੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਦਿੱਤੇ ਗੁਣ ਸਾਡੇ ਅੰਦਰ ਪ੍ਰਗਟ ਹਨ, ਪ੍ਰਕਾਸ਼ ਹਨ, ਤੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਘਨੇਰੇ ਸੁੱਖ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਮਨੁੱਖ ਦੀ ਸਭ ਤੋਂ ਵੱਡੀ ਇੱਛਾ ਇਹ ਹੁੰਦੀ ਹੈ ਕਿ ਮੈਨੂੰ ਸੁੱਖ ਪ੍ਰਾਪਤ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ, ਗੁਰੂ ਦੀ ਵਡਿਆਈ ਕੀਤੇ ਤੋਂ ਬਿਨਾਂ, ਜਸ ਸੁਣੇ ਤੋਂ ਬਿਨਾਂ ਕਦੇ ਵਾਸਤੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਜਿਹੜਾ ਗੁਰਬਾਣੀ ਪੜ੍ਹ ਨਹੀਂ ਸਕਦਾ, ਗੁਰਬਾਣੀ ਨੂੰ ਗਾਇਨ ਨਹੀਂ ਕਰ ਸਕਦਾ, ਮਹਾਰਾਜ ਕਹਿੰਦੇ ਗੁਰਬਾਣੀ ਨੂੰ ਸਰਵਣ ਹੀ ਕਰ ਰਵੇ, ਉਹਦੇ ਦੁੱਖ ਸੰਤਾਪ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਆਪ ਜੀਆਂ ਨੇ ਹੁਣੇ ਹੀ ਸਰਵਣ ਕੀਤੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇੱਥੇ ਸਤਿਗੁਰੂ ਜੀਆਂ ਨੇ ਗੁਰਬਾਣੀ ਨੂੰ ਸੁਣਨ ਦੇ ਵਾਸਤੇ ਜ਼ਿਕਰ ਕੀਤਾ ਹੈ। ਆਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮਹਿਮਾ ਸਰਵਣ ਕਰੀਏ ਜੀ। ਸੁਣੀਏ। ਤ੍ਰਿਹਣ ਕੁਲ ਮੋਰੰ, ਪ੍ਰਭ ਕੀ ਕਥਾ ਅਗਾਰੀ ਔਰੰ। ਗੁਰੂ ਨਾਨਕ ਦੇਵ ਮਹਾਰਾਜ ਇਸ ਸੰਸਾਰ ਨੂੰ ਤਾਰਦੇ ਹੋਏ, ਜਗਤ ਜਲੰਧੇ ਨੂੰ ਤਾਰਦੇ ਹੋਏ, ਜਦੋਂ ਇੱਕ ਗੁਰਸਿੱਖ ਦੇ ਘਰ ਦੇ ਵਿੱਚ ਜਾ ਕਰਕੇ ਪਹੁੰਚੇ ਨਾ, ਉਹਨਾਂ ਬੜੀਆਂ ਰਹਿਮਤਾਂ ਵਰਤਾਈਆਂ। ਕਿਉਂਕਿ ਗੁਰੂ ਆਪਣੇ ਸਿੱਖ ਨੂੰ ਪਰਖਦਾ ਹੈ, ਗੁਰੂ ਆਪਣੇ ਸਿੱਖ ਦੀ ਪਰਖ ਕਰਕੇ ਉਹਨੂੰ ਫਿਰ ਸਫਲਿਆ ਕਰਦਾ। ਆਪਾਂ ਕਈ ਵਾਰੀ ਕਹਿੰਦੇ ਆ ਕਿ ਸਾਡੇ ਉੱਪਰ ਭਾਰੀ ਮੁਸੀਬਤ ਆ ਗਈ, ਹੁਣ ਅਸੀਂ ਗੁਰੂ ਅੱਗੇ ਅਰਦਾਸ ਨਹੀਂ ਕਰਨੀ, ਗੁਰੂ ਘਰ ਜਾਣਾ ਛੱਡ ਦੇਣਾ, ਐਸੀਆਂ ਵਿਚਾਰਾਂ ਕਰਦੇ ਹਾਂ। ਪਰ ਉਹਨਾਂ ਗੁਰਸਿੱਖਾਂ ਦੇ ਇਤਿਹਾਸ ਨੂੰ ਪੜ੍ਹੀਏ ਜਿਹੜੇ ਭਾਰੀ ਮੁਸੀਬਤਾਂ ਪੈਣ ਦੇ ਉੱਪਰ ਵੀ ਕਦੇ ਡੋਲੇ ਨਹੀਂ, ਗੁਰੂ ਉੱਪਰ ਪੂਰਨ ਵਿਸ਼ਵਾਸ ਰੱਖਿਆ ਹੈ। ਜਿਹਨੂੰ ਇੱਕ ਉੱਪਰ ਭਰੋਸਾ ਹੈ, ਇੱਕ ਉੱਪਰ ਵਿਸ਼ਵਾਸ ਹੈ ਨਾ, ਉਹ ਕਦੇ ਵਾਸਤੇ ਵੀ ਨਹੀਂ ਇਸ ਸੰਸਾਰ ਦੇ ਵਿੱਚ ਡੁੱਬਦਾ। ਇਸ ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਹ ਇਤਨਾ ਕੁ ਗਹਿਰਾ ਹੈ ਕਿ ਜਿਹੜਾ ਇਹਦੇ ਵਿੱਚ ਡੁੱਬ ਜਾਂਦਾ ਫਿਰ ਨਿਕਲਿਆ ਨਹੀਂ ਜਾਂਦਾ। ਤੇ ਜੇਕਰ ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਜਦੋਂ ਇੱਕ ਨੂੰ ਹੀ ਸਿਮਰਨ ਕਰੀਏ, ਇੱਕ ਦਾ ਹੀ ਚਿੰਤਨ ਕਰੀਏ ਨਾ, ਤੇ ਸਾਡੇ ਜਿਹੜੇ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਵਡਿਆਈ ਸਰਵਣ ਕਰਾ ਰਹੇ ਹਨ, ਕਿਰਪਾ ਕਰ ਰਹੇ ਹਨ ਕਿ ਗੁਰੂ ਅੰਗਦ ਦੇਵ ਮਹਾਰਾਜ ਇਹ ਸੁਣਨਾ ਕਰੋ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕਿਸੇ ਸਿੱਖਾਂ ਨੂੰ ਤਾਰਦੇ ਜਾਂ ਸੰਸਾਰ ਸਮੁੰਦਰ ਨੂੰ ਤਾਰਦੇ, ਉਦੋਂ ਕਿਵੇਂ ਕੌਤਕ ਵਰਤਾਉਂਦੇ ਹਨ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੁਣੀਏ ਸ੍ਰੀ ਤ੍ਰਿਹਣ ਕੁਲ ਮੋਰੰ,
ਭਾਵ ਕਿ ਸੁਣਨਾ ਕਰੋ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਇਹ ਪ੍ਰਮਾਤਮਾ ਦੀ ਵਡਿਆਈ ਸਰਵਣ ਕਰੋ। ਸਿੱਖੀ ਕੀ ਸਰਤਾ ਵਿਸਤਾਰੀ, ਜਿਹ ਕੇ ਸਗਰੇ ਜਗਤ ਮਝਾਰੀ। ਸਿੱਖੀ ਦੀ ਨਦੀ ਜਿਹੜੀ ਹੈ ਨਾ, ਇਸ ਦਾ ਵਿਸਥਾਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੀਤਾ ਹੈ। ਤੇ ਜਿੱਥੇ ਜਿੱਥੇ ਸਾਰੇ ਜਗਤ ਵਿੱਚ ਸਿੱਖੀ ਨੂੰ ਫੈਲਾਇਆ, ਜਿੱਥੇ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨ ਪਏ ਨੇ ਨਾ, ਸਤਿਗੁਰੂ ਜੀਆਂ ਨੇ ਉਪਦੇਸ਼ ਦੇ ਕਰਕੇ ਜੀਵਾਂ ਨੂੰ ਸਿੱਖੀ ਦੇ ਨਾਲ ਜੋੜਿਆ, ਉਸ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ ਹੈ। ਸਿੱਖਣ ਕੀ ਮਨ ਮੀਨ ਸਮਾਨਾ, ਚਾਹੇ ਨ ਬਿਰਹਿ ਹੋਏ ਹੱਥ ਪ੍ਰਾਨਾ। ਬੜਾ ਸੋਹਣਾ ਬਚਨ ਕਰਦੇ ਹਨ ਕਿ ਸਿੱਖਾਂ ਦੇ ਜਿਹੜੇ ਮਨ ਨੇ ਨਾ, ਇਹ ਮੱਛੀ ਵਾਂਗ ਨੇ। ਜਿਵੇਂ ਮੱਛੀ ਦਾ ਪਿਆਰ ਹੁੰਦਾ ਹੈ ਨਾ ਪਾਣੀ ਦੇ ਨਾਲ, ਜਲ ਦੇ ਨਾਲ, ਇਸੇ ਤਰ੍ਹਾਂ ਸਿੱਖਾਂ ਦੇ ਮਨ ਜਿਹੜੇ ਨੇ ਇਹ ਮੱਛੀ ਦੇ ਵਾਂਗ ਨੇ। ਉਹ ਸਿੱਖੀ ਰੂਪੀ ਨਦੀ ਤੋਂ ਕਦੇ ਵਾਸਤੇ ਵਿਛੋੜਾ ਨਹੀਂ ਚਾਹੁੰਦੇ ਕਿ ਸਾਨੂੰ ਕਦੇ ਵਾਸਤੇ ਵਿਛੋੜਾ ਨਾ ਹੋਵੇ। ਭਾਵ ਵਿਛੋੜੇ ਨੂੰ ਤਾਂ ਗੁਰਬਾਣੀ ਦੇ ਅੰਦਰ ਸੁਲਤਾਨ ਕਿਹਾ ਹੈ ਨਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਜਿਹਨੂੰ ਵਿਛੋੜੇ ਦਾ ਸੱਲ ਵੀ ਪ੍ਰਾਪਤ ਨਹੀਂ ਨਾ ਹੁੰਦਾ, ਮਹਾਰਾਜ ਕਹਿੰਦੇ ਉਹਦਾ ਸਰੀਰ ਭਗਤ ਜੀ ਕਹਿੰਦੇ ਮਸਾਨ ਵਰਗਾ ਹੈ। ਵਿਛੋੜੇ ਨੂੰ ਵੀ ਸੁਲਤਾਨ ਕਿਹਾ ਹੈ। ਪ੍ਰਭ ਕੀ ਸਤਿਗੁਰੂ ਜੀ ਕਹਿੰਦੇ ਵਡਿਆਈ ਜਿਹੜੀ ਹੈ ਉਹ ਗੁਰਸਿੱਖ ਸਦਾ ਹੀ ਆਪਣੇ ਹਿਰਦੇ ਅੰਦਰ ਵਸਾਵਣਾ ਕਰਦੇ ਹਨ। ਸਿੱਖੀ ਰੂਪੀ ਨਦੀ ਤੋਂ ਕਦੇ ਵਾਸਤੇ ਵਿਛੋੜਾ ਨਹੀਂ ਚਾਹੁੰਦੇ, ਭਾਵੇਂ ਪ੍ਰਾਣ ਜਿਹੜੇ ਹਨ ਉਹ ਤਿਆਗੇ ਜਾਣ, ਭਾਵੇਂ ਜਿੱਡੀ ਵਰਜੀ ਮੁਸੀਬਤ ਆ ਜਾਵੇ। ਲਾਗੇ ਕਰਨ ਸ਼ਬਦ ਵਿਆਸਾ, ਸਿਮਰਤ ਸਤਿਨਾਮ ਪ੍ਰਕਾਸ਼ਾ। ਜਿਹੜਾ ਗੁਰੂ ਕਾ ਪੱਕਾ ਸਿੱਖ ਹੈ ਨਾ, ਉਹ ਸ਼ਬਦ ਦੇ ਅਭਿਆਸ ਦੇ ਵਿੱਚ ਜੁੜਦਾ ਹੈ, ਸ਼ਬਦ ਦੇ ਨਿਚੋੜ ਨੂੰ ਆਪਣੇ ਹਿਰਦੇ ਅੰਦਰ ਵਸਾਵਣਾ ਕਰਦਾ ਹੈ। ਸਿੱਖੀ ਭਾਵ ਦੇਖੇ ਬਾਦ ਹੇਤਾ, ਗਮਨ ਕੀਨ ਬੇਦੀ ਕੁਲ ਕੀਤਾ। ਜਦੋਂ ਇੱਕ ਵਾਰ ਗੁਰੂ ਨਾਨਕ ਦੇਵ ਮਹਾਰਾਜ ਇੱਕ ਸਿੱਖ ਦੇ ਘਰ ਨੂੰ ਚੱਲ ਪਏ, ਸਿੱਖਾਂ ਦੇ ਪ੍ਰੇਮ ਨੂੰ ਪਰਖਣ ਦੇ ਵਾਸਤੇ ਚੱਲ ਗਏ। ਸਿੱਖੀ ਭਾਉ ਦੇਖ ਬੇਹੇਤਾ, ਕਿ ਸਿੱਖਾਂ ਦੇ ਅੰਦਰ ਗੁਰੂ ਦੀ ਸਿੱਖੀ ਵਾਸਤੇ ਕਿਤਨਾ ਕੁ ਪ੍ਰੇਮ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇਖਣ ਚੱਲੇ ਹਨ, ਮੁਝਕੋ ਆਪਣੇ ਲੀਨ ਸੰਘਾਰੇ, ਪਹੁੰਚੇ ਇੱਕ ਪੁਰ ਜਾਏ ਮਝਾਰੇ। ਭਾਈ ਬਾਲਾ ਜੀ ਕਿਰਪਾ ਕਰਕੇ ਦੱਸਦੇ ਹਨ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਸੀਂ ਨਾਲ ਚੱਲੇ ਹਾਂ। ਸਿੱਖ ਦਿਖਾਣ ਬਸੇ ਤੇ ਥਾਨਾ, ਜਿਹ ਕੀ ਅਲਪ ਚਲ ਹੈ ਗੁਜਰਾਨਾ। ਉੱਥੇ ਇੱਕ ਤਰਖਾਣ ਸਿੱਖ ਵਸਦਾ ਹੈ, ਜਿਹੜਾ ਗੁਰੂ ਦੇ ਭੈ ਵਾਲਾ ਹੈ, ਅਦਬ ਵਾਲਾ ਹੈ, ਜਿਹਦੇ ਅੰਦਰ ਸਿੱਖੀ ਦੇ ਵਾਸਤੇ ਪ੍ਰੇਮ ਹੈ, ਸਤਿਕਾਰ ਹੈ। ਜਿਹੜੇ ਗੁਰਬਾਣੀ ਪੜ੍ਹਦੇ ਨੇ ਸਾਧੂ ਮਹਾਤਮਾ, ਉਹਨਾਂ ਵਾਸਤੇ ਅੰਦਰ ਪ੍ਰੇਮ ਹੈ। ਕਰੈ ਸੇਵ ਸਿੱਖਣ ਕੀ ਸੋਏ, ਅਸਲ ਅਚਾਵ ਹੈ ਜੋ ਘਰ ਹੋਏ। ਐਸਾ ਸਿੱਖ ਹੈ ਜਿਹੜਾ ਆਪਣੇ ਘਰ ਦੇ ਵਿੱਚ ਸਿੱਖਾਂ ਨੂੰ ਬੁਲਾ ਕਰਕੇ ਭੋਜਨ ਛਕਾਵਣਾ ਕਰਦਾ ਹੈ। ਉਹ ਸਿੱਖਾਂ ਦੀ ਘਣੀ ਸੇਵਾ ਕਰਦਾ ਹੈ। ਘਰ ਵਿੱਚ ਜਿਵੇਂ ਦਾ ਵੀ ਭੋਜਨ ਹੁੰਦਾ ਸੀ, ਘਰ ਦੇ ਵਿੱਚ ਜੈਸਾ ਵੀ ਭੋਜਨ ਹੋਇਆ ਕਰਦਾ, ਉਹ ਉਸੇ ਤਰ੍ਹਾਂ ਸਿੱਖਾਂ ਨੂੰ ਤ੍ਰਿਪਤ ਕਰਵਾਇਆ ਕਰਦਾ, ਸਿੱਖਾਂ ਦੀ ਸੇਵਾ ਕਰਿਆ ਕਰਦਾ ਸੀ। ਸਾਂਝੇ ਹੋਏ ਨਾ ਪ੍ਰਾਪਤ ਪ੍ਰਾਤ, ਹਾਥ ਨਾ ਆਏ ਆਹਾਰ ਅਘਾਤ। ਕਈ ਵਾਰੀ ਐਸੀ ਹਾਲਤ ਹੋ ਜਾਂਦੀ, ਕਿਉਂਕਿ ਗਰੀਬੀ ਹਾਲਤ ਸੀ, ਤੇ ਸ਼ਾਮ ਨੂੰ ਭੋਜਨ ਜਿਹੜਾ ਪ੍ਰਾਪਤ ਹੋ ਜਾਂਦਾ ਸੀ ਤੇ ਸਵੇਰ ਨੂੰ ਛਕਣ ਦਾ ਔਖਾ ਹੋ ਜਾਂਦਾ ਸੀ, ਕਿਉਂਕਿ ਇੱਕ ਵਕਤ ਦੀ ਖਾ ਲੈਣੀ, ਅੱਗੇ ਦੀ ਫੇਰ ਕਮਾਈ ਆਰੰਭ ਕਰਨੀ ਔਖਾ ਹੋ ਜਾਂਦਾ ਹੈ। ਹਾਥ ਨਾ ਆਏ ਆਹਾਰ ਘਾਤ, ਕੁਝ ਵੀ ਹੱਥ ਵਿੱਚ ਨਹੀਂ ਸੀ ਆਉਂਦਾ, ਪਰ ਫਿਰ ਵੀ ਜੋ ਕਰ ਹੋਵੇ ਸਿੱਖਣ ਖਵਾਵੈ ਹੈ, ਨਹਿ ਜੇ ਹੋਏ ਤਬ ਜਾਚ ਸੋ ਲਿਆਵੈ। ਜੇ ਤੇ ਘਰ ਦੇ ਵਿੱਚ ਜੋ ਕੁਝ ਹੈ ਉਹ ਸਿੱਖਾਂ ਨੂੰ ਖਵਾਉਣਾ ਕਰਦਾ ਹੈ, ਤੇ ਜੇ ਨਹੀਂ ਹੈ ਤੇ ਸਿੱਖਾਂ ਦੇ ਵਾਸਤੇ ਬਾਜ਼ਾਰ ਦੇ ਵਿੱਚੋਂ ਮੰਗਣ ਵਾਸਤੇ ਵੀ ਜਾਂਦਾ ਹੈ ਕਿ ਮੇਰੇ ਘਰ ਦੇ ਵਿੱਚ ਸਿੱਖ ਆਏ ਹਨ। ਸਾਧ ਸੰਗਤ ਜੀ, ਇੱਥੇ ਤਾਂ ਆਪਾਂ ਆਪਣਾ ਹੀ ਮੰਗ ਕਰਕੇ ਰੱਜਦੇ ਨਹੀਂ, ਪਰ ਗੁਰੂ ਕਾ ਐਸਾ ਸਿੱਖ ਹੈ ਜਿਹੜਾ ਗੁਰਸਿੱਖਾਂ ਦੇ ਵਾਸਤੇ ਮੰਗਣ ਜਾਂਦਾ ਹੈ। ਦੋਹਰਾ ਜਾਵਹਿ ਜਾਚਨ ਸਿੱਖ ਹਿਤ, ਨਿਜ ਹਿਤ ਜਾਤ ਨਾ ਸੋਏ। ਸਿੱਖਾਂ ਵਾਸਤੇ ਮੰਗਣ ਜਾਂਦਾ ਹੈ, ਕੋਈ ਆਪਣੇ ਵਾਸਤੇ ਨਹੀਂ ਕਿ ਮੈਂ ਆਪਣੀ ਪੂਰਤੀ ਕਰ ਲਵਾਂ, ਆਪ ਆਪਣੇ ਘਰ ਦੇ ਵਿੱਚ 36 ਪ੍ਰਕਾਰ ਦੇ ਭੋਜਨ ਛਕਾਂ। ਸਿੱਖਾਂ ਦੇ ਪ੍ਰੇਮ ਦੇ ਵਾਸਤੇ, ਗੁਰੂ ਦੀ ਪ੍ਰੀਤ ਦੇ ਵਾਸਤੇ, ਗੁਰੂ ਦਾ ਪਿਆਰਾ ਜਿਹੜਾ ਹੈ ਬਾਜ਼ਾਰ ਦੇ ਵਿੱਚੋਂ ਮੰਗਦਾ ਹੈ। ਜਯੋ ਦਇਓ ਅਸਨ ਕਰਬਈ, ਸਿੱਖ ਆਏ ਜੇ ਕੋਈ।
ਜਿਵੇਂ ਮਰਜ਼ੀ ਕਰਕੇ ਘਰ ਨੂੰ ਆਉਂਦਾ ਹੈ ਤੇ ਜਿਹੜਾ ਵੀ ਸਿੱਖ ਆਉਂਦਾ ਉਸ ਦੇ ਭੋਜਨ ਦਾ ਇੰਤਜ਼ਾਮ ਕਰਦਾ ਹੈ। ਚੌਪਈ ਪਹੁੰਚੇ ਤੇ ਨਕੀਤ ਪ੍ਰਭ ਜਾਏ, ਬੰਧਨ ਕਰਹੀ ਸਿੱਖ ਤਬ ਧਾਏ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖ ਨੂੰ ਪਰਖਣ ਦੇ ਵਾਸਤੇ ਚਲੇ ਗਏ ਕਿ ਸਿੱਖ ਸਿੱਖੀ ਦੇ ਪਿਆਰ ਦੇ ਵਿੱਚ ਕਿੱਥੋਂ ਕੁ ਤੱਕ ਖੁੱਭ ਸਕਦਾ ਹੈ, ਸਿੱਖੀ ਕਿੰਨੀ ਕੁ ਨਿਭਾ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਇਸ ਤਰਖਾਣ ਸਿੱਖ ਦੇ ਘਰ ਦੇ ਅੰਦਰ ਚਲੇ ਗਏ। ਸਤਿਗੁਰੂ ਜੀ ਜਦੋਂ ਪਹੁੰਚੇ, ਜਾ ਕਰਕੇ ਸਿੱਖ ਨੇ ਦੌੜ ਕਰਕੇ ਸਤਿਗੁਰੂ ਜੀਆਂ ਨੂੰ ਨਮਸਕਾਰ ਕੀਤੀ, ਚਰਨ ਬੰਦਨਾ ਕੀਤੀ। ਬੰਦਨ ਕਰਹਿ ਸਿੱਖ ਤਬ ਧਾਏ। ਬੜੇ ਪ੍ਰੇਮ ਦੇ ਵਿੱਚ ਆ ਗਿਆ ਕਿ ਸਾਡੇ ਘਰ ਦੇ ਵਿੱਚ ਸਾਧੂ ਮਹਾਂਪੁਰਸ਼ ਆਏ ਹਨ। ਨਿਜ ਨਾਰੀ ਸੋ ਗਿਰਾ ਉਚਾਈ, ਤੂਰਨ ਕਰੋ ਆਹਾਰ ਤਿਆਰੀ। ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਤੁਰੰਤ ਜਿਹੜਾ ਹੈ ਉਹ ਭੋਜਨ ਤਿਆਰ ਕੀਤਾ ਜਾਵੇ। ਕਰਿਓ ਦੀਏ ਤੂੰ ਸਭ ਕਿਛ ਜਨ ਹੈ, ਭੋਜਨ ਹੋਵੇ ਜੇ ਅਨ ਹੈ। ਪਰ ਉਸ ਦੀ ਘਰਵਾਲੀ ਕਹਿਣ ਲੱਗੀ ਕਿ ਆਪ ਜੀਆਂ ਨੂੰ ਸਭ ਕੁਝ ਪਤਾ ਹੈ ਕਿ ਸਾਡੇ ਘਰ ਦੇ ਵਿੱਚ ਰਾਸ਼ਨ ਭੋਜਨ ਨਹੀਂ ਹੈ, ਅਸੀਂ ਭੋਜਨ ਕਿੱਥੋਂ ਕਰਾਂਗੇ। ਕਿਉਂਕਿ ਜਦੋਂ ਸਿੱਖ ਦੇ ਅੰਦਰ ਪ੍ਰੀਤ ਆਉਂਦੀ ਹੈ ਨਾ, ਉਹ ਕੁਝ ਨਾ ਕੁਝ ਆਹਾਰ ਜਿਹੜਾ ਉਹ ਜ਼ਰੂਰ ਕਰ ਦਿੰਦਾ ਹੈ। ਭਾਵੇਂ ਮਨ ਦੇ ਅੰਦਰ ਸੰਕਲਪ ਕਰੇ, ਜੈਸਾ ਕਰੇ ਉਹਦਾ ਪੂਰਾ ਹੋ ਜਾਂਦਾ ਹੈ, ਕਿਉਂਕਿ ਗੁਰੂ ਆਪ ਵਿੱਚ ਵਰਤ ਰਿਹਾ ਹੈ। ਜੇ ਸ਼ਰਧਾ ਹੈ ਤੇ ਸਾਰੇ ਕਾਰਜ ਰਾਸ ਹੋ ਜਾਣਗੇ। ਜੇ ਗੁਰੂ ਉੱਪਰ ਭਰੋਸਾ ਹੈ ਤਾਂ ਸਤਿਗੁਰੂ ਕੋਈ ਵੀ ਕਮੀ ਨਹੀਂ ਆਉਣ ਦੇਵੇਗਾ। ਭਾਵ ਕਿ ਮਨ ਕਰਕੇ ਚੱਲੀਏ, ਕਿਸੇ ਨੂੰ ਕੋਈ ਰੋਟੀ ਨਸੀਬ ਨਹੀਂ ਹੁੰਦੀ ਜਾਂ ਕਿਸੇ ਘਰ ਦੇ ਅੰਦਰ ਪ੍ਰਸ਼ਾਦਾ ਛਕਣ ਵਾਸਤੇ ਵੀ ਪੈਸਾ ਨਹੀਂ ਨਾ, ਉਹ ਗੁਰੂ ਉੱਪਰ ਵਿਸ਼ਵਾਸ ਹੀ ਕੇਵਲ ਹੋਵੇ, ਉਹ ਵੈਸੇ ਤ੍ਰਿਪਤ ਕਰ ਦਿੰਦਾ ਹੈ, ਆਪਣੇ ਨਾਮ ਦੇ ਵਿੱਚੋਂ ਤ੍ਰਿਪਤੀ ਕਰਵਾ ਦਿੰਦਾ ਹੈ। ਭਾਵੇਂ ਕਿ ਇਸ ਸਰੀਰ ਦੀ ਤਾਕਤ ਹੈ ਭੋਜਨ, ਉਹ ਪਰਮਾਤਮਾ ਕਿਸੇ ਨੂੰ ਭੁੱਖਿਆ ਨਹੀਂ ਸੌਣ ਦਿੰਦਾ। ਪਰ ਜਦੋਂ ਉਸ ਪਰਮਾਤਮਾ ਤੋਂ ਅਸੀਂ ਵਿਛੋੜਾ ਪਾ ਕਰਕੇ ਤੇ ਹੋਰਨਾਂ ਦੇ ਦਰਾਂ ਦੇ ਉੱਪਰ ਜਾ ਕਰਕੇ ਮੰਗਣਾ ਕਰਦੇ ਹਾਂ ਨਾ, ਤੇ ਜੀਵ ਕਦੇ ਵਾਸਤੇ ਵੀ ਰੱਜ ਨਹੀਂ ਸਕਦਾ। ਜਿਹਨੂੰ ਗੁਰੂ ਦੇ ਨਾਲ ਪ੍ਰੇਮ ਹੈ, ਗੁਰੂ ਦੇ ਉੱਪਰ ਭਰੋਸਾ ਹੈ, ਉਹੀ ਇਸ ਸੰਸਾਰ ਦੇ ਉੱਪਰ ਪਾਰ ਲੰਘਦਾ ਹੈ। ਸਾਧ ਸੰਗਤ ਜੀ, ਪ੍ਰੇਮ ਉਹਨਾਂ ਜੀਵਾਂ ਨੂੰ ਆਉਂਦਾ ਹੈ ਜਿਹੜੇ ਗੁਰਸਿੱਖਾਂ ਦੀ ਸੇਵਾ ਕਰਨਾ ਜਾਣਦੇ ਨੇ, ਜਿਨ੍ਹਾਂ ਨੇ ਸੰਗਤਾਂ ਕੀਤੀਆਂ ਨੇ ਸਾਧੂਆਂ ਦੀਆਂ, ਮਹਾਤਮਾ ਦੀਆਂ, ਮਹਾਂਪੁਰਸ਼ਾਂ ਦੀਆਂ। ਕਿਉਂਕਿ ਹੋਰ ਕਿਤੇ ਉਹ ਪ੍ਰੇਮ ਪ੍ਰਾਪਤ ਨਹੀਂ ਨਾ ਹੁੰਦਾ, ਪ੍ਰੇਮ ਤੇ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਨੂੰ ਉਹਨਾਂ ਨੇ ਪਾਉਣਾ ਕੀਤਾ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ। ਜੇ ਆਪਾਂ ਇਹ ਵਿਚਾਰ ਕਰੀਏ ਕਿ ਵੱਡੇ ਵੱਡੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕਰਕੇ, ਸਿਮਰਤੀਆਂ ਪੋਥੀਆਂ ਪੜ੍ਹ ਕਰਕੇ ਸਾਡੇ ਮਨ ਦੇ ਅੰਦਰ ਪ੍ਰੇਮ ਆ ਜਾਵੇ, ਕਦਾਚਿਤ ਵੀ ਇਹ ਮਨ ਦੇ ਵਿੱਚ ਵਿਚਾਰ ਨਹੀਂ ਕਰਨੀ। ਕਿਉਂਕਿ ਵੇਦ ਕੁਰਾਨ ਕਤੇਬ ਕੁਰਾਨ ਹਸੇਬ ਥੱਕੇ ਕਰ ਹਾਥ ਨਾ ਆਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਸਾਡੇ ਵਾਸ ਦੇ ਵਿੱਚ ਨਹੀਂ ਆਉਂਦਾ। ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾਪਤ ਪਾਏ। ਦੱਸੋ ਕਿ ਕਿੰਨੇ ਪ੍ਰੇਮ ਤੋਂ ਬਿਨਾ ਪਰਮਾਤਮਾ ਨੂੰ ਪਾਉਣਾ ਕੀਤਾ ਹੈ। ਕਿਉਂਕਿ ਪਰਮਾਤਮਾ ਧਨ ਦਾ ਭੁੱਖਾ ਥੋੜ੍ਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜਾਨੀ ਜਾਣ ਅੰਤਰਜਾਮੀ ਨੇ। ਸਿੱਖ ਦੇ ਘਰ ਦੇ ਵਿੱਚ ਗਏ ਨੇ, ਜਿਹੜਾ ਗਰੀਬ ਹੈ ਉਹ ਵੀ ਧਨ ਕਰਕੇ, ਹਿਰਦੇ ਕਰਕੇ ਨਹੀਂ। ਹਿਰਦੇ ਕਰਕੇ ਬਹੁਤ ਵੱਡਾ ਅਮੀਰ ਦਲੇਰ ਧਨਾੜ ਹੈ, ਪਰ ਸਿੱਖ ਦੀ ਪ੍ਰੀਖਿਆ ਲੈਣ ਵਾਸਤੇ ਸਤਿਗੁਰੂ ਜੀ ਪੁੱਜੇ। ਜਿਵੇਂ ਸਤਿਗੁਰੂ ਜੀ ਵੱਡੇ ਵੱਡੇ ਦੌਲਤ ਵਾਲਿਆਂ ਦੇ ਘਰ ਦੇ ਵਿੱਚ ਨਹੀਂ ਗਏ, ਉੱਥੋਂ ਪ੍ਰਸ਼ਾਦਾ ਪਾਣੀ ਨਹੀਂ ਨਾ ਛਕਿਆ, ਇਸੇ ਤਰ੍ਹਾਂ ਸਤਿਗੁਰੂ ਅੱਜ ਗਰੀਬ ਦੀ ਪਰਖ ਕਰਨ ਵਾਸਤੇ ਇੱਕ ਸਿੱਖ ਦੇ ਘਰ ਦੇ ਵਿੱਚ ਆਏ ਹਨ। ਸੁਣ ਕੇ ਗਮਨਿਓ ਪੁਰ ਮਾਹੀ, ਜਿਹ ਕੋ ਜਾਚੈ ਦੇ ਸੁਨਾਹੀ। ਸਿੱਖ ਦੇ ਘਰ ਦੇ ਵਿੱਚ ਅੰਨ ਨਹੀਂ ਸੀ। ਜਦੋਂ ਬਾਜ਼ਾਰ ਦੇ ਵਿੱਚ ਮੰਗਣ ਗਿਆ, ਜਿਸ ਪਾਸੋਂ ਵੀ ਮੰਗਦਾ ਹੈ, ਅੱਜ ਸਭਨਾਂ ਨੇ ਜਵਾਬ ਦੇ ਦਿੱਤਾ। ਕਹਿੰਦੇ ਭਾਈ ਸਿੱਖਾ, ਤੂੰ ਸਾਧੂਆਂ ਦੇ ਨਾਮ ਤੇ ਮੰਗਦਾ ਜ਼ਰੂਰ ਹੈ, ਪਰ ਆਪਣੇ ਸਵਾਰਥ ਲਈ ਮੰਗਦਾ ਹੈ। ਕਿਸੇ ਨੇ ਵੀ ਭੋਜਨ ਨਾ ਦਿੱਤਾ। ਹੋਰਾ ਸਿੱਖਣ ਮਿਸੇ ਮੰਗ ਕੈ, ਕਰਤ ਆਪਨ ਗੁਜਨਾਨ। ਸਿੱਖ ਸਾਰੇ ਕਹਿਣ ਲੱਗੇ ਕਿ ਇਹ ਜਿਹੜਾ ਸਿੱਖ ਹੈ ਨਾ, ਇਹ ਬਹਾਨੇ ਦੇ ਵਿੱਚ ਮੰਗ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ, ਤੇ ਇਹ ਆਪਣੀ ਪੇਟ ਦੀ ਪੂਰਤੀ ਵਾਸਤੇ ਮੰਗਦਾ ਹੈ। ਅਸ ਗਏ ਦਇਓ ਨਾ ਕਿਛ ਤਿਸੂ, ਬੈਠਿਓ ਸ਼ੂਸ਼ਾ ਆਨ। ਇਹ ਕਹਿ ਕਰਕੇ ਕਿਸੇ ਵੀ ਕੁਝ ਨਾ ਦਿੱਤਾ ਤੇ ਖਾਲੀ ਆਣ ਕਰਕੇ ਘਰ ਦੇ ਵਿੱਚ ਬੈਠ ਗਿਆ। ਚੌਪਈ ਤਿਸ ਦਿਨ ਰਾਜੇ ਛਿੰਝ ਪਵਾਈ, ਇਸਕੇ ਚਿਤ ਚਿੰਤਾ ਅਤ ਆਈ। ਇੱਕ
ਇੱਕ ਮਨ ਦੇ ਵਿੱਚ ਚਿੰਤਾ ਉੱਠੀ ਹੈ ਕਿ ਮਹਾਂਪੁਰਸ਼ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਪੂਰਨ ਸਾਧੂ ਨੇ ਉਹ ਆਣ ਕਰਕੇ ਮੇਰੇ ਘਰ ਦੇ ਵਿੱਚ ਬੈਠੇ ਹਨ, ਪਰ ਮੈਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਗੱਫਾ ਪਾਣੀ ਛਕਾ ਨਹੀਂ ਸਕਿਆ। ਫਿਰ ਇਸੇ ਦਿਨ ਹੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਰਾਜੇ ਨੇ ਛਿੰਝ ਪਵਾਈ ਸੀ ਜਿੱਥੇ ਪਹਿਲਵਾਨਾਂ ਦਾ ਅਖਾੜਾ ਹੁੰਦਾ ਹੈ, ਤੇ ਸਿੱਖ ਦੇ ਚਿੱਤ ਵਿੱਚ ਚਿੰਤਾ ਬਹੁਤ ਵਧੀ ਹੋਈ ਸੀ ਕਿ ਮੈਂ ਕਿਵੇਂ ਭੋਜਨ ਛਕਾਵਣਾ ਕਰਾਂ। ਕਹੇ ਕਹਾਂ ਤੇ ਅੰਨ ਖਵਾਰੋ, ਤਿਗ ਮੋਹਿ ਰਹੇ ਜੇ ਬਿਨਾ ਆਹਾਰੋ। ਕਹਿਣ ਲੱਗਾ ਕਿ ਜੇਕਰ ਮੈਂ ਅੰਨ ਨਾ ਛਕਾ ਕਰਕੇ ਕੱਲਾਂ ਤੇ ਤ੍ਰਿਗ ਹੈ ਮੇਰੇ ਉੱਪਰ। ਦੇਖਣ ਚਲੇ ਅਨੇਕ ਤਮਾਸ਼ਾ, ਬੂਝਤ ਭਇਓ ਸੋ ਨਰ ਇੱਕ ਪਾਸਾ। ਜਿਹੜੀ ਛਿੰਝ ਲੱਗੀ ਹੋਈ ਸੀ ਨਾ, ਉਹ ਸਾਰੇ ਲੋਕ ਤਮਾਸ਼ਾ ਦੇਖਣ ਜਾ ਰਹੇ ਸਨ ਤੇ ਬੂਝਤ ਭਇਓ ਸੋ ਨਰ ਇੱਕ ਪਾਸਾ। ਇੱਕ ਪ੍ਰਾਣੀ ਨੂੰ ਇਹ ਸਿੱਖ ਪੁੱਛਣ ਲੱਗਾ, ਕਹਾਂ ਜਾਓ ਤਿਨ ਦੀਨ ਬਤਾਈ, ਭੂਪ ਵਹਿ ਰਹਿ ਛਿੰਝ ਪਵਾਈ। ਸਿੱਖ ਪੁੱਛਣ ਲੱਗਾ ਕਿ ਭਾਈ ਕਿੱਥੇ ਚੱਲੇ ਹੋ? ਅੱਗੋਂ ਉਹ ਪ੍ਰਾਣੀ ਆਖਣ ਲੱਗਾ ਕਿ ਰਾਜੇ ਨੇ ਛਿੰਝ ਪਵਾਈ ਹੋਈ ਹੈ। ਸਹਿਸ ਰੁਪਈਏ ਜੀਤੇ ਲੇਵ ਹੈ, ਹਾਰ ਹੈ ਅਰ ਤਾਹੇ ਤੇ ਦੇਵ ਹੈ। ਜਿਹੜੇ ਪਹਿਲਵਾਨ ਜਿੱਤਣਗੇ ਨਾ, ਉਹਨਾਂ ਨੂੰ 1000 ਰੁਪਏ ਦਿੱਤੇ ਜਾਣਗੇ ਤੇ ਜਿਹੜੇ ਹਾਰ ਜਾਣਗੇ ਉਹਨਾਂ ਨੂੰ ਅੱਧਾ ਇਨਾਮ ਦਿੱਤਾ ਜਾਵੇਗਾ। ਸਿੱਖ ਕੋਈ ਪਹਿਲਵਾਨ ਨਹੀਂ, ਸਿੱਖ ਦੇ ਸਰੀਰ ਦੇ ਅੰਦਰ ਕੋਈ ਬਲ ਕੋਈ ਜ਼ੋਰ ਨਹੀਂ ਹੈ। ਸੁਣ ਕੇ ਹਰਕ ਚਲਿਓ ਤੇ ਥਾਈ, ਜੁਗਤ ਮਲ ਬਹੁ ਨਰ ਇੱਕ ਥਾਈ। ਇਹ ਸੁਣ ਕਰਕੇ ਤਰਖਾਣ ਸਿੱਖ ਜਿਹੜਾ ਸੀ ਨਾ ਬਹੁਤ ਖੁਸ਼ ਹੋਇਆ, ਬੜਾ ਉਮਾਹ ਆਇਆ ਹਿਰਦੇ ਦੇ ਅੰਦਰ। ਤੇ ਪਹਿਲਵਾਨ ਦੇ ਨਾਲ ਬਹੁਤ ਲੋਕ ਇੱਕ ਥਾਂ ਤੇ ਜਿੱਥੇ ਖੜੇ ਸਨ ਨਾ, ਸਿੱਖ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ। ਭਇਓ ਮਲ ਕੇ ਸਨਮੁਖ ਜਬਹੀ, ਤੇ ਕੋ ਦੇਖ ਹਸੇ ਨਰ ਸਭਹੀ। ਸਿੱਖ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਹੁਣ ਪੈਸਿਆਂ ਵਾਸਤੇ ਭਾਵ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭੋਜਨ ਛਕਾਉਣਾ ਹੈ, ਤੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਅਖਾੜੇ ਦੇ ਵਿੱਚ ਜਾ ਕਰਕੇ ਪਹਿਲਵਾਨ ਦੇ ਨਾਲ ਕੁਸ਼ਤੀ ਲੜਾਂਗਾ। ਤੇ ਉਹ ਜਦੋਂ ਅਖਾੜੇ ਦੇ ਵਿੱਚ ਪੁੱਜਾ, ਛਿੰਝ ਦੇ ਵਿੱਚ ਪੁੱਜਾ, ਤੇ ਸਾਰੇ ਜਿਹੜੇ ਲੋਕ ਸਨ ਨਾ ਉਸ ਨੂੰ ਵੇਖ ਕਰਕੇ ਹੱਸ ਪਏ, ਕਿਉਂਕਿ ਸਰੀਰ ਐਸਾ ਹੈ ਕਿ ਜਿਹੜਾ ਪਹਿਲਵਾਨ ਉਹ ਬਹੁਤ ਜ਼ਿਆਦਾ ਤਾਕਤਵਰ ਹੈ, ਇੱਕ ਧੱਕੇ ਦੇ ਨਾਲ ਇਸ ਨੂੰ ਸੁੱਟ ਸਕਦਾ ਹੈ। ਭੂਪ ਕੋ ਬਲੀ ਵਡੇਰਾ, ਚੂਰਨ ਕਰੇ ਸਰਬ ਧਨ ਤੇਰਾ। ਸਾਰੇ ਆਖਣ ਲੱਗੇ ਕਿ ਭਾਈ ਉਹ ਤੇਰਾ ਸਰੀਰ ਨੂੰ ਚੂਰਨ ਕਰ ਦੇਵੇਗਾ, ਤੇਰੇ ਸਰੀਰ ਦੇ ਅੰਦਰ ਉਹਦੇ ਨਾਲ ਲੜਨ ਦਾ ਬਲ ਨਹੀਂ ਹੈ। ਹੋਰ ਮਹਿ ਧਰ ਕੇ ਗਰਭ ਕੁਰੰਗਾ, ਚਾਲਿਓ ਲਰੇ ਕੇ ਹਰੀ ਸੰਗਾ। ਤੇ ਹਿਰਨ ਦਿਲ ਵਿੱਚ ਘਮੰਡ ਧਾਰਨ ਕਰਕੇ ਨਾ ਹੁਣ ਸ਼ੇਰ ਦੇ ਨਾਲ ਲੜਨਾ ਚਾਹੁੰਦਾ ਹੈ। ਬਹੁਤ ਔਖਾ ਹੈ, ਜਿਹਦੇ ਅੰਦਰ ਕੋਈ ਪ੍ਰੈਕਟਿਸ ਨਹੀਂ, ਕੋਈ ਜੋ ਬਲ ਨਹੀਂ, ਉਹ ਕਿਵੇਂ ਇੱਕ ਪਹਿਲਵਾਨ ਦੇ ਨਾਲ ਲੜ ਸਕਦਾ ਹੈ। ਪਰ ਪ੍ਰੇਮ ਇੰਨਾ ਹੈ ਗੁਰੂ ਦੇ ਨਾਲ ਕਿ ਭੋਜਨ ਤਿਆਰ ਕਰਨ ਵਾਸਤੇ ਉਹ ਛਿੰਝ ਦੇ ਵਿੱਚ ਗਿਆ ਹੈ। ਇਸ ਬਿਨ ਦੇ ਗਿਆ ਮਨ ਮਹਿ ਧਾਰੀ, ਚਹਿਤ ਮਿੱਤਰ ਕੋ ਮਲ ਅਗਾਰੀ। ਫਿਰ ਉਹਦੇ ਮਨ ਦੇ ਵਿੱਚ ਆਇਆ ਹੈ ਕਿ ਉਸਨੇ ਇਹ ਗੱਲ ਕਿਸ ਤਰ੍ਹਾਂ ਮਨ ਦੇ ਵਿੱਚ ਧਾਰ ਲਈ ਹੈ ਕਿ ਉਹ ਪਹਿਲਵਾਨ ਤੋਂ ਮਰਨਾ ਚਾਹੁੰਦਾ ਹੈ। ਲੋਕ ਸੋਚਦੇ ਨੇ ਕਿ ਇਹਦੀ ਮੌਤ ਹੋ ਜਾਵੇਗੀ। ਵਰਜਿਓ ਤਿਸ ਕੋ ਨਹਿ ਰਹਿਓ, ਕਹਿਓ ਜਾਏ ਜੇ ਪ੍ਰਾਨ। ਫਿਰ ਉਸ ਨੂੰ ਲੋਕਾਂ ਨੇ ਬੜਾ ਰੋਕਿਆ, ਪਰ ਉਹ ਨਾ ਰੁਕਿਆ ਤੇ ਕਹਿਣ ਲੱਗਾ ਜੇ ਪ੍ਰਾਣ ਚਲੇ ਜਾਣਗੇ ਤਾਂ ਇਸ ਤੋਂ ਕੋਈ ਵੀ ਸ਼ੁਭ ਕੰਮ ਨਹੀਂ ਹੋਵੇਗਾ। ਇਸ ਤੇ ਸ਼ੁਭ ਨਹੀਂ ਕਾਜ ਕੋ ਪਰ ਹਿਤ ਹੋਵੇ ਹਾਨ। ਜੋ ਪਰਾਏ ਹਿਤ ਹਾਨੀ ਹੋ ਜਾਵੇ ਤਾਂ ਹੋਰ ਕੀ ਚਾਹੀਦਾ ਹੈ। ਮੈਨੂੰ ਨਿੱਜ ਕੋਈ ਸਵਾਰਥ ਨਹੀਂ ਹੈ ਕਿ ਮੈਂ ਆਪਣੇ ਭੋਜਨ ਦੇ ਵਾਸਤੇ ਇਸ ਛਿੰਝ ਦੇ ਵਿੱਚ ਆਇਆ ਹਾਂ। ਮੈਨੂੰ ਤੇ ਪ੍ਰੇਮ ਹੈ ਉਹਨਾਂ ਸਾਧੂਆਂ ਮਹਾਤਮਾਵਾਂ ਨੂੰ ਭੋਜਨ ਕਰਾਉਣ ਦਾ, ਇਸ ਕਰਕੇ ਮੈਂ ਇਸ ਛਿੰਝ ਦੇ ਵਿੱਚ ਲੜਨਾ ਚਾਹੁੰਦਾ ਹਾਂ। ਵਹੀ ਨਿਕਟ ਮਲ ਕੇ ਜਬ ਹੀ ਆਇਓ, ਅਵਲੋਕਿਓ ਅਸ ਬਚਨ ਅਲਾਇਓ। ਜਦੋਂ ਸਿੱਖ ਪਹਿਲਵਾਨ ਦੇ ਪਾਸ ਆਇਆ ਤੇ ਪਹਿਲਵਾਨ ਨੇ ਉਸ ਨੂੰ ਵੇਖ ਕਰਕੇ ਕਿਹਾ, ਕਿਉ ਮੌਤ ਚੇਤ ਬਿਨ ਆਈ, ਸੁਣਤ ਸਿੱਖ ਦੇ ਸਰਬ ਬਤਾਈ। ਉਹ ਕਹਿਣ ਲੱਗਾ ਕਿ ਤੂੰ ਕਿਉਂ ਬਿਨ ਆਈ ਮੌਤ ਚਾਹੁੰਦਾ ਹੈ। ਸਿੱਖ ਨੇ ਸੁਣ ਕੇ ਸਾਰੀ ਗੱਲ ਫਿਰ ਆਪਣੀ ਵਾਰਤਾ ਦੱਸੀ ਕਿ ਕਿਉਂ ਉਹ ਇਸ ਛਿੰਝ ਦੇ ਵਿੱਚ ਆਇਆ ਹੈ। ਆਏ ਸੰਤ ਨਿਕੇਤ ਹਮਾਰੇ, ਨਹੀਂ ਅੰਨ ਜੋ ਦਿਓ ਆਹਾਰੇ। ਕਹਿਣ ਲੱਗਾ ਕਿ ਮੇਰੇ ਘਰ ਦੇ ਅੰਦਰ ਸੰਤ ਮਹਾਤਮਾ ਮਹਾਂਪੁਰਸ਼ ਆਏ ਹੋਏ ਹਨ, ਨਹੀਂ ਅੰਨ ਜੋ ਦੇਉ ਆਹਾਰੇ। ਘਰ ਦੇ ਵਿੱਚ ਕੋਈ ਅੰਨ ਨਹੀਂ ਹੈ ਜੋ ਉਹਨਾਂ ਨੂੰ ਭੋਜਨ ਕਰਵਾਵਾਂ। ਤਿਨ ਕੇ ਹਿਤ ਹੋ ਲੜਨੇ ਆਇਓ, ਮਿੱਤਰ ਹੋਏ ਤੇ ਸੁਖ ਅਧਿਕਾਇਓ। ਉਹਨਾਂ ਕਾਰਨ ਮੈਂ ਲੜਨ ਆਇਆ ਹੈ। ਜੇ ਮ੍ਰਿਤੂ ਵੀ ਹੋ ਜਾਵੇਗੀ, ਜੇ ਮੇਰੀ ਮੌਤ ਵੀ ਹੋ ਜਾਵੇਗੀ
ਤਾਂ ਮੈਨੂੰ ਅਧਿਕ ਸੁਖ ਪ੍ਰਾਪਤ ਹੋਵੇਗਾ। ਕਿਉਂਕਿ ਜਿਨੇ ਗੁਰੂ ਚਰਨਾਂ ਅੰਦਰ ਜਾ ਕਰਕੇ ਸੀਸ ਨਿਵਾ ਦਿੱਤਾ ਨਾ ਸਾਧ ਸੰਗਤ, ਉਹਨੂੰ ਮੌਤ ਦਾ ਭੈ ਜਿਹੜਾ ਹੈ ਉਹਦੇ ਮਨ ਦੇ ਵਿੱਚੋਂ ਨਿਕਲ ਜਾਂਦਾ ਹੈ। ਮੌਤ ਦਾ ਭੈ ਖਤਮ ਹੋ ਜਾਂਦਾ ਹੈ, ਕਿਉਂਕਿ ਗੁਰੂ ਚਰਨਾਂ ਵਿੱਚ ਆਣ ਕਰਕੇ ਜਦੋਂ ਸੀਸ ਨਿਵ ਜਾਵੇ, ਗੁਰੂ ਕਿਸੇ ਵੀ ਚੀਜ਼ ਦੀ ਕਮੀ ਔਰ ਘਾਟ ਨਹੀਂ ਰਹਿਣ ਦਿੰਦਾ। ਭਾਈ ਗੁਰਦਾਸ ਜੀ ਬੜਾ ਸੋਹਣਾ ਬਚਨ ਕਰਦੇ ਹਨ ਨਾ, ਸਤਿਗੁਰ ਚਰਨੀ ਜਾਏ ਸੀਸ ਨਿਵਾਇਆ, ਗੁਰ ਚਰਨੀ ਚਿਤ ਲਾਏ ਮੱਥਾ ਲਾਇਆ। ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕਰਕੇ ਆਪਣਾ ਮਸਤਕ ਨਿਵਾ ਦਿੰਦੇ ਹਨ, ਮਸਤਕ ਝੁਕਾਉਣਾ ਕਰਦੇ ਹਨ ਨਾ, ਪਰਮਾਤਮਾ ਉਹਨਾਂ ਨੂੰ ਕਦੇ ਵਾਸਤੇ ਥੋੜ ਨਹੀਂ ਆਉਣ ਦਿੰਦਾ। ਗੁਰੂ ਐਡਾ ਸਮਰੱਥ ਹੈ, ਉਹਨਾਂ ਦੀ ਲਾਜ ਪੱਤ ਰੱਖਦਾ ਹੈ, ਕਦੇ ਵੀ ਉਹਨਾਂ ਨੂੰ ਬੇਇੱਜ਼ਤ ਨਹੀਂ ਕਰਦਾ, ਆਪਣੇ ਸਿੱਖਾਂ ਨੂੰ ਖਾਸ ਕਰਕੇ। ਕਿਉਂਕਿ ਆਪਾਂ ਸ੍ਰੀ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ, ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤਿ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਜਦੋਂ ਪਰਮਾਤਮਾ ਰਹਿਮਤ ਕਰੇ, ਭਾਵੇਂ ਕਿ ਸਰੀਰ ਦੇ ਅੰਦਰ ਬਲ ਨਹੀਂ, ਉਹਨੂੰ ਬਲ ਬਖਸ਼ਿਸ਼ ਕਰ ਦਿੰਦਾ ਹੈ। ਭਾਵੇਂ ਕਿ ਕੋਈ ਵੀ ਸ਼ਕਤੀ ਨਹੀਂ, ਉਹਨੂੰ ਸ਼ਕਤੀਆਂ ਦੇ ਨਾਲ ਭਰਪੂਰ ਕਰ ਦਿੰਦਾ ਹੈ। ਕਿਉਂਕਿ ਉਹ ਪਰਮਾਤਮਾ ਵਾਹਿਗੁਰੂ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਣਨਹਾਰ। ਉਹ ਪਰਮਾਤਮਾ ਜਿਹੜੀਆਂ ਸਾਰਿਆਂ ਦੀਆਂ ਬਿਰਥਾ ਜਾਣਦਾ ਹੈ, ਸਭਨਾਂ ਦੇ ਜੀਵਾਂ ਦੀ ਗੱਲ ਨੂੰ ਜਾਣਦਾ ਹੈ। ਗੋਜ ਗੱਲ ਜੀ ਕੀ ਕੀਜੈ, ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ। ਆਪਣੇ ਹਿਰਦੇ ਦੀ ਗੱਲ ਪਰਮਾਤਮਾ ਅੱਗੇ ਰੱਖ ਦਈਏ, ਗੁਰੂ ਦੇ ਅੱਗੇ ਅਰਦਾਸ ਕਰ ਦਈਏ, ਤਾਂ ਸ੍ਰੇਸ਼ਟ ਔਰ ਸਰਬ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਹਨ। ਗੁਰੂ ਦੀ ਵਡਿਆਈ ਮਹਿਮਾ ਕਰਮ ਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਕਿਉਂਕਿ ਜਿਹੜਾ ਗੁਣਾਂ ਤੋਂ ਹੀਣਾ ਹੈ, ਭਾਵ ਤਨ ਕਰਕੇ ਕਿਸੇ ਗੁਣ ਤੋਂ ਹੀਣਾ ਹੈ ਨਾ, ਗੁਰੂ ਉਹਦੇ ਉੱਪਰ ਵੀ ਕਿਰਪਾ ਕਰ ਦਿੰਦਾ ਹੈ। ਜਿਹੜੇ ਊਣੇ ਹਨ ਗੁਣਾਂ ਤੋਂ, ਖਿਨ ਮੈਂ ਊਣੇ ਸੋ ਭਾਰ ਭਰਿਆ, ਖਿਨ ਮੈਂ ਕੀਨੋ ਹਰਿਆ। ਉਹ ਪਰਮਾਤਮਾ ਵਾਹਿਗੁਰੂ ਸੁੱਕੇ ਹੋਏ ਜੀਵਾਂ ਨੂੰ ਵੀ ਹਰਿਆ ਕਰ ਦਿੰਦਾ ਹੈ। ਖਿਨ ਮੈਂ ਊਣੇ ਕੀਨੋ ਹਰਿਆ, ਖਿਨ ਮੈਂ ਸੂਕੇ ਕੀਨੇ ਹਰਿਆ। ਉਹ ਪਰਮਾਤਮਾ ਰਹਿਮਤ ਜਦੋਂ ਕਰ ਦਿੰਦਾ ਹੈ। ਖਿਨ ਮੈਂ ਦੀਨੋ ਨਿਥਾਵੇ ਕੋ ਦਾਨ, ਖਿਨ ਮੈਂ ਦੀਨੋ ਨਿਮਾਣੇ ਕੋ ਮਾਣ। ਉਹ ਪਰਮਾਤਮਾ ਤੇ ਨਿਮਾਣਿਆਂ ਨੂੰ ਵੀ ਮਾਣ ਬਖਸ਼ਿਸ਼ ਕਰ ਦਿੰਦਾ ਹੈ। ਉਹ ਪਰਮਾਤਮਾ ਦੀ ਐਸੀ ਵਡਿਆਈ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਗੁਰੂ ਚਰਨਾਂ ਅੱਗੇ ਅਰਦਾਸ ਬੇਨਤੀ ਜੋਦੜੀ ਕਰਕੇ ਅੱਗੇ ਚੱਲਦਾ ਹੈ। ਸਾਰ ਸਾਰ ਸਦਕਾਨ ਬਖਾਨਾ, ਉਤਮ ਮਤ ਤੁਮ ਸੰਤ ਮਹਾਨਾ। ਇਸੇ ਤਰ੍ਹਾਂ ਫਿਰ ਪਹਿਲਵਾਨ ਨੇ ਇਹ ਸੁਣ ਕਰਕੇ ਸ਼ਾਬਾਸ਼ ਕਿਹਾ ਕਿ ਤੂੰ ਆਪਣੇ ਸਵਾਰਥ ਵਾਸਤੇ ਲੜਨ ਨਹੀਂ ਲੱਗਾ, ਤੂੰ ਬੜਾ ਉੱਤਮ ਕੰਮ ਕਰਨ ਲੱਗਾ ਹੈ। ਤੂੰ ਵੱਡਾ ਮਹਾਨ ਸੰਤ ਹੈ ਜਿਹੜਾ ਕਿਸੇ ਭੁੱਖੇ ਨੂੰ ਤ੍ਰਿਪਤ ਕਰਨ ਲੱਗਾ ਹੈ। ਸਵਾਰਥ ਹਿਤ ਪ੍ਰਾਨ ਨਾ ਪਿਆਰੇ, ਲਰੋ ਨਿਸੰਗ ਮੋਰ ਸੰਘਾਰੇ। ਉਹ ਕਹਿੰਦਾ ਜੇ ਤੈਨੂੰ ਪਰ ਸਵਾਰਥ ਵਾਸਤੇ ਤੁਹਾਨੂੰ ਪ੍ਰਾਣ ਵੀ ਪਿਆਰੇ ਨਹੀਂ ਨਾ ਲੱਗਦੇ, ਫਿਰ ਨਿਚਿੰਤਾ ਹੋ ਕਰਕੇ ਮੇਰੇ ਨਾਲ ਲੜਨਾ ਕਰ। ਦੋਹਰਾ ਬਿਰੇ ਪਰਸਪਰ ਮਿਲਤ ਪੈ, ਕਰਿਓ ਮਲ ਦਰ ਹਤਾਹੇ। ਹੁਣ ਕੁਸ਼ਤੀ ਲੜਨ ਵਾਸਤੇ ਜਦੋਂ ਦੋਵੇਂ ਆਪਸ ਵਿੱਚ ਭਿੜੇ ਨਾ, ਤੇ ਫਿਰ ਕੀ ਕੌਤਕ ਵਰਤਿਆ ਹੈ। ਉਸ ਪਹਿਲਵਾਨ ਦੇ ਮਨ ਦੇ ਵਿੱਚ ਸ਼ਰਧਾ ਆਈ ਹੈ। ਸਵਾਰਥ ਕੋ ਜਾਣ ਕੈ ਓਜ ਲਗਾਇਓ ਨਾਹੀ। ਉਹ ਜਿਹੜਾ ਪਹਿਲਵਾਨ ਸੀ, ਉਹ ਜਦੋਂ ਉਹਨੇ ਸਿੱਖ ਦੀ ਭਾਵਨਾ ਦੇਖੀ ਤੇ ਉਹਦੇ ਸਰੀਰ ਦੇ ਅੰਦਰ ਵਿੱਚ ਜਿਹੜਾ ਬਲ ਸੀ ਨਾ, ਉਹਨੇ ਆਪਣਾ ਜ਼ੋਰ ਲਾਇਆ ਹੀ ਨਾ। ਚੌਪਈ ਮਲ ਬਲੀ ਦਰ ਕਰਿਓ ਲਖਾਏ, ਨਰ ਸਭ ਹੀ ਉਰ ਮੈਂ ਬਿਸਮਾਏ। ਜਦੋਂ ਇਸ ਸਿੱਖ ਨੇ ਪਹਿਲਵਾਨ ਨੂੰ ਹੇਠਾਂ ਸੁੱਟ ਲਿਆ, ਆਪਣੇ ਥੱਲੇ ਲੈ ਲਿਆ, ਸਾਰੇ ਲੋਕ ਬੜੇ ਹੈਰਾਨ ਹੋਣ ਲੱਗੇ ਹਨ। ਉੱਤਮ ਬਸਤਰ ਤ੍ਰਿਪਤ ਪਹਿਰਾਏ, ਕਨਕੈ ਸਹਿਸ ਅਨਾਦ ਦਿਵਾਏ। ਉਹ ਕਹਿਣ ਲੱਗੇ ਕਿ ਹੁਣ ਇਹ ਸਿੱਖ ਦੀ ਜਿੱਤ ਹੋ ਗਈ ਹੈ, ਕਿਉਂਕਿ ਪਹਿਲਵਾਨ ਹਾਰ ਚੁੱਕਾ ਹੈ। ਤੇ ਸਤਿਗੁਰੂ ਕਿਰਪਾ ਕਰ ਰਹੇ ਹਨ ਕਿ ਰਾਜੇ ਨੇ ਫਿਰ ਸਿੱਖ ਨੂੰ ਬੜੇ ਸੁੰਦਰ ਬਸਤਰ ਪਵਾਉਣਾ ਕੀਤੇ, ਕਿਉਂਕਿ ਜਿੱਤ ਪ੍ਰਾਪਤ ਹੋ ਗਈ ਹੈ। ਉੱਤਮ ਬਸਤਰ ਨਿਬਰਤ ਪਹਿਰਾਏ, ਗਨਕੈ ਸਹਿਸ ਇਨਾਮ ਦਿਵਾਏ। ਤੇ ਜਿੰਨੇ ਇਨਾਮ ਸਨ ਗਿਣ ਕਰਕੇ 1000 ਰੁਪਏ ਸਿੱਖ ਨੂੰ ਦੇ ਦਿੱਤੇ ਹਨ। ਆਇਓ ਮਲ ਕੇ ਹਿਰਦੈ ਗਿਆਨਾ, ਨਾਸਿਓ ਮੋਹ ਮਨੋਜ ਮਹਾਨਾ। ਹੁਣ ਪਹਿਲਵਾਨ
ਦੇ ਹਿਰਦੇ ਦੇ ਵਿੱਚ ਗਿਆਨ ਪੈਦਾ ਹੋ ਗਿਆ ਤੇ ਮਹਾਨ ਜਿਹੜਾ ਮੋਹ ਸੀ ਨਾ ਉਹ ਕਾਮ ਦੂਰ ਹੋ ਗਿਆ। ਜਿਹਦੇ ਬਲ ਦੇ ਅੰਦਰ ਸੀ ਉਹਦੇ ਉੱਪਰ ਵੀ ਸਿੱਖ ਦੇ ਲਈ ਸ਼ਰਧਾ ਪ੍ਰਾਪਤ ਹੋ ਗਈ। ਲੈ ਕੇ ਸਿੱਖ ਸਦਨ ਮੈਂ ਆਇਓ, ਨਾਨਾ ਬਦਨ ਆਹਾਰ ਕਰਾਇਓ। ਹੁਣ ਸਿੱਖ ਨੇ ਬੜੀ ਸ਼ਰਧਾ ਦੇ ਨਾਲ ਇਨਾਮ ਪ੍ਰਾਪਤ ਕੀਤਾ ਹੈ ਔਰ ਆਪਣੇ ਘਰ ਦੇ ਵਿੱਚ ਕਈ ਪ੍ਰਕਾਰ ਦੇ ਭੋਜਨ ਜਿਹੜੇ ਉਹ ਤਿਆਰ ਕਰਵਾਏ ਹਨ। ਉੱਤਮ ਥਲ ਬਿਠਾਏ ਗੁਰ ਪੂਰੇ, ਪੰਕਜ ਪਾਈ ਪਖਾਰੇ ਰੂਰੇ। ਪੂਰੇ ਗੁਰੂ ਜੀ ਨੂੰ ਹੁਣ ਚੰਗੀ ਥਾਂ ਦੇ ਉੱਪਰ ਬਿਠਾਇਆ ਹੈ। ਚਰਨਾਂ ਕਮਲਾਂ ਨੂੰ ਸੁੰਦਰ ਢੰਗ ਦੇ ਨਾਲ ਸਾਫ਼ ਕੀਤਾ, ਨਮਸਕਾਰ ਕੀਤੀ ਕਿ ਤੁਹਾਡੀ ਹੀ ਕਿਰਪਾ ਦੇ ਨਾਲ ਇਹ ਕੌਤਕ ਵਰਤਿਆ ਹੈ। ਚਰਣਾ ਮਿਤ ਮੁਖ ਪਾਇਓ ਜਬ ਹੀ। ਫਿਰ ਸਤਿਗੁਰੂ ਜੀਆਂ ਦਾ ਚਰਨਾ ਮ੍ਰਿਤ ਮੁਖ ਜਿਹੜਾ ਉਹ ਮਨ ਦੇ ਵਿੱਚ ਪਾ ਲਿਆ ਹੈ ਤੇ ਤਿੰਨਾਂ ਲੋਕਾਂ ਦੀ ਉਹਨੂੰ ਸੋਝੀ ਪ੍ਰਾਪਤ ਹੋ ਗਈ ਹੈ। ਗੁਰੂ ਕਿਰਪਾ ਦੀ ਰਹਿਮਤ ਦੀ ਸਦਕਾ, ਬਰਕਤ ਦੇ ਸਦਕਾ ਇਸ ਸਿੱਖ ਨੂੰ ਸੋਝੀ ਪ੍ਰਾਪਤ ਹੋਈ ਹੈ। ਸਤਿਗੁਰੂ ਜੀਆਂ ਨੇ ਘਨੇਰੀ ਕਿਰਪਾ ਕਰ ਦਿੱਤੀ ਹੈ। ਕਿਉਂਕਿ ਦੇਖੋ ਪ੍ਰੇਮ ਦੇ ਨਾਲ ਇਹ ਕੌਤਕ ਵਰਤਿਆ, ਪ੍ਰੇਮ ਦੀ ਇਹ ਖੇਡ ਸੀ। ਜੇਕਰ ਮਨ ਦੇ ਅੰਦਰ ਪ੍ਰੇਮ ਨਹੀਂ ਸੀ ਤੇ ਇਹ ਵੀ ਬਚਨ ਕਰ ਸਕਦਾ ਸੀ ਕਿ ਮੇਰੇ ਘਰ ਦੇ ਵਿੱਚ ਭੋਜਨ ਨਹੀਂ, ਮੈਂ ਕਿਵੇਂ ਛਕਾਉਣਾ ਕਰਾਂ। ਅੱਜ ਕਈ ਐਸੇ ਨਿਤ ਸਵਾਰਥ ਲੋਕ ਨੇ ਜਿਹੜੇ ਕਈ ਵਾਰੀ ਉਹਨਾਂ ਭੁੱਖੇ ਸਾਧੂਆਂ ਨੂੰ ਆਪਣੇ ਘਰ ਦੇ ਦਹੇਜਾਂ ਤੋਂ ਹੀ ਪਰੇ ਮੋੜ ਦਿਆ ਕਰਦੇ ਨੇ। ਕਿਉਂ? ਕਿਉਂਕਿ ਮਨ ਦੇ ਅੰਦਰ ਗੁਮਾਨ ਹੈ। ਅੱਜ ਕਈ ਐਸੇ ਹਨ ਧਨਾੜ ਲੋਕ ਜਿਹੜੇ ਪੰਗਤ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਣਾ ਪਸੰਦ ਨਹੀਂ ਕਰਦੇ, ਕਿਉਂਕਿ ਅਮੀਰੀ ਦਾ ਜਿਹੜਾ ਕੁਲਸਾ ਹੈ ਨਾ ਉਹ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਹੈ ਔਰ ਇਸੇ ਤਰ੍ਹਾਂ ਫਿਰ ਉਹ ਗੁਰੂ ਦਾ ਪ੍ਰੇਮ ਜਿਹੜਾ ਉਹ ਪ੍ਰਾਪਤ ਨਹੀਂ ਕਰ ਸਕਦੇ। ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਿੱਖ ਨੂੰ ਜਿਹੜੀ ਇਹ ਦਾਤ ਪ੍ਰਾਪਤ ਹੋਈ ਕਿ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਜਿਹੜੀ ਹੈ ਉਹ ਪ੍ਰਾਪਤ ਹੋ ਗਈ ਹੈ। ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਹੋਈ, ਸਿੱਖ ਦਾ ਜੀਵਨ ਉੱਚਾ ਸੁੱਚਾ ਹੋ ਗਿਆ। ਸਤਿਗੁਰੂ ਜੀਆਂ ਨੇ ਘਨੇਰੀ ਰਹਿਮਤ ਕਰਕੇ ਸਿੱਖ ਨੂੰ ਜਿਹੜਾ ਧਨਾੜ ਕਰ ਦਿੱਤਾ, ਕਿਉਂਕਿ ਉਹ ਪਰਮਾਤਮਾ ਵਾਹਿਗੁਰੂ ਆਪਣੇ ਸਿੱਖ ਨੂੰ ਗਰੀਬ ਨਹੀਂ ਦੇਖ ਸਕਦਾ। ਭਾਵੇਂ ਕਿ ਉਹਨੂੰ ਕਈ ਤਰ੍ਹਾਂ ਦੀਆਂ ਪ੍ਰੀਖਿਆ ਦੇ ਵਿੱਚ ਲੈਂਦਾ ਹੈ, ਪਰ ਜਦੋਂ ਗੁਰੂ ਰਹਿਮਤ ਦੇ ਉੱਪਰ ਆਵੇ ਨਾ, ਗੁਰੂ ਕਿਰਪਾ ਕਰੇ ਤੇ ਉਹ ਰਾਜਿਆਂ ਤੋਂ ਭਿਖਾਰੀ ਬਣਾ ਦਿੰਦਾ ਹੈ ਤੇ ਭਿਖਾਰੀ ਤੋਂ ਵੀ ਰਾਜ ਕਰਵਾ ਦਿੰਦਾ ਹੈ। ਜਿਹੜੇ ਸਿੱਖ ਦੇ ਘਰ ਦੇ ਵਿੱਚ ਕੋਈ ਅੰਨ ਪਾਣੀ ਕੋਈ ਪੈਸਾ ਨਹੀਂ, ਉਹ ਫਿਰ ਦੂਜਿਆਂ ਨੂੰ ਵੰਡਣ ਦੇ ਵਾਸਤੇ ਦਾਨ ਕਰਦਾ ਹੈ, ਦਾਨੀ ਬਣ ਜਾਂਦਾ ਹੈ। ਐਸੇ ਗੁਰੂ ਦੀ ਰਹਿਮਤ, ਪੂਰੇ ਗੁਰੂ ਦੀ ਰਹਿਮਤ ਪੂਰੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਹੀ ਪ੍ਰਾਪਤ ਹੁੰਦੀ ਹੈ। ਜੇ ਕਿਸੇ ਅਧੂਰੇ ਦੇ ਉੱਪਰ ਆਸ ਰੱਖੀਏ ਤਾਂ ਕਦੇ ਵਾਸਤੇ ਸਾਡੀ ਅਰਦਾਸ ਜਿਹੜੀ ਉਹ ਕਬੂਲ ਨਹੀਂ ਹੁੰਦੀ, ਕਦੇ ਵਾਸਤੇ ਮਨ ਦੇ ਵਿੱਚ ਜਿਹੜੇ ਸੰਕਲਪ ਹਨ ਉਹ ਪੂਰੇ ਨਹੀਂ ਹੁੰਦੇ। ਇਸ ਕਰਕੇ ਇੱਕ ਦੇ ਉੱਪਰ ਭਰੋਸਾ ਚਾਹੀਦਾ ਹੈ ਔਰ ਸਾਨੂੰ ਚਾਹੀਦਾ ਹੈ ਇਸ ਧਨ ਪਦਾਰਥਾਂ ਦੇ ਵਿੱਚੋਂ ਥੋੜ੍ਹਾ ਜਿਹਾ ਮੁਕਤ ਹੋ ਕਰਕੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਅੰਦਰ ਵਸਾਵਣਾ ਕਰੀਏ ਤਾਂ ਸ਼ਰਧਾ ਪ੍ਰਾਪਤ ਹੁੰਦੀ ਹੈ। ਸੇਵਾ ਕਰਨ ਦਾ ਪਿਆਰ ਜਿਹੜਾ ਹਿਰਦੇ ਦੇ ਅੰਦਰ ਜਾਗਦਾ ਹੈ, ਉਤਪੰਨ ਹੁੰਦਾ ਹੈ। ਮਹਾਰਾਜ ਕਿਰਪਾ ਕਰਨ ਸਾਨੂੰ ਇਸ ਸੰਸਾਰ ਦੇ ਸੁੱਖਾਂ ਤੋਂ ਬਚਾ ਕਰਕੇ ਆਪਣੇ ਚਰਨਾਂ ਦੇ ਸੁੱਖ ਜਿਹੜੇ ਹਨ ਉਹ ਬਖਸ਼ਿਸ਼ ਕਰਨ, ਕਿਉਂਕਿ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ। ਜੇ ਸਾਨੂੰ ਮਹਾਰਾਜ ਕਹਿੰਦੇ ਸਵਰਗ ਦਾ ਦੇਸ਼ ਪ੍ਰਾਪਤ ਹੋ ਜਾਵੇ, ਧਰਤੀ ਦੇ 9 ਖੰਡ ਵੀ ਪ੍ਰਾਪਤ ਹੋ ਜਾਣ ਨਾ, ਤੇ ਪ੍ਰਮਾਤਮਾ ਦਾ ਨਾਮ ਹੀ ਹਿਰਦੇ ਦੇ ਵਿੱਚ ਨਹੀਂ ਤੇ ਤੂੰ ਐਵੇਂ ਸਮਝ ਕੇ ਜਿਵੇਂ ਇੱਕ ਜੰਗਲ ਦੇ ਵਿੱਚ ਭਟਕਦਾ ਪਿਆ ਹੈ। ਜੇ ਸੰਸਾਰ ਦੇ ਤਮਾਸ਼ਿਆਂ ਦੇ ਵਿੱਚ ਤੈਨੂੰ ਪ੍ਰਮਾਤਮਾ ਦਾ ਨਾਮ ਹੀ ਚਿੱਤ ਨਾ ਆਇਆ, ਕੌਤਕ ਕੋੜ ਤਮਾਸ਼ਿਆ ਚਿੱਤ ਨਾ ਆਵ ਸੁਣਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਮਹਾਰਾਜ ਕਹਿੰਦੇ ਉਹ ਥਾਂ ਜਿਹੜਾ ਉਜਾੜ ਹੀ ਹੈ, ਕਿਉਂਕਿ ਜਿੱਥੇ ਨਾਮ ਜਪਿਆ ਜਾਂਦਾ ਹੈ, ਭਾਵੇਂ ਉਹ ਰੜਾ ਮੈਦਾਨ ਹੋਵੇ ਭਾਵੇਂ ਜੰਗਲ ਹੋਵੇ, ਉਹ ਸੋਨੇ ਦਾ ਮੰਦਰ ਬਣ ਜਾ ਕਰਦਾ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਤਿਲ ਸੋਏ ਨ ਚੋਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਉਹ ਥਾਂ ਉਜਾੜ ਹੀ ਉਜਾੜ ਹੈ ਜਿੱਥੇ ਪ੍ਰਮਾਤਮਾ ਵਾਹਿਗੁਰੂ ਜੀਆਂ ਦਾ ਨਾਮ ਨਹੀਂ, ਪ੍ਰਮਾਤਮਾ ਵਾਸਤੇ ਪ੍ਰੇਮ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ। ਬਾਣੀ ਦੀ ਪਾਵਨ ਪਵਿੱਤਰ ਵਿਚਾਰ ਕਰਦਿਆਂ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਗੁਰ ਇਤਿਹਾਸ ਸਰਵਣ ਕਰਦਿਆਂ ਹੋਇਆਂ, ਦਰਸਾਉਂਦਿਆਂ ਹੋਇਆਂ
ਅਨੇਕ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ, ਅਣਜਾਣ ਬੱਚੇ ਹਾਂ। ਸਤਿਗੁਰੂ ਅਗਾਂਹ ਵਾਸਤੇ ਕਿਰਪਾ ਕਰੇ, ਆਪਣੀ ਮਹਿਮਾ ਵਡਿਆਈ ਆਪ ਵਿੱਚ ਵਰਤ ਕਰਕੇ ਕਰਵਾ ਲੈਣ। ਸਤਿਗੁਰੂ ਜੀਆਂ ਦੀ ਇਹ ਬਖਸ਼ਿਸ਼, ਸਤਿਗੁਰੂ ਜੀਆਂ ਦੀ ਇਹ ਰਹਿਮਤ, ਇਹ ਗੁਰੂ ਕੀ ਪਿਆਰੀ ਸੰਗਤ ਸਾਨੂੰ ਸਰਬੱਤ ਸੰਗਤਾਂ ਨੂੰ ਸੋਭਲੀਕ ਹੋਵੇ। ਸਤਿਗੁਰੂ ਜੀ ਰਹਿਮਤ ਕਰਨ। ਆਓ ਸਮਾਪਤੀ ਹੈ, ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਨਾ ਕਰੀਏ ਜੀ। ਚਰਣਾਮ੍ਰਿਤ ਮੁਖ ਪਾਇਓ ਜਬ ਹੀ, ਭਾਈ ਲੋਕੀ ਕੀ ਸੁਧ ਤਬ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦ ਰਹਿਣ ਦੋ, ਬੰਦ ਕਰੋ ਫੋਨ ਜਾ ਕੇ।